ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਪੂਰਨ ਸੋਈ ਸੰਤ ਜੀਵਨ ਸਾਖੀਆਂ। ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ। ਲੜੀਵਾਰ। ਅਯੁੱਧਿਆ ਨਗਰੀ ਦੇ ਸਾਧੂ ਬਾਬਾ ਜੀ ਸੇਵਾ ਨੂੰ ਬਹੁਤ ਮਹਾਨਤਾ ਦਿੰਦੇ ਸਨ। ਅਯੁੱਧਿਆ ਨਗਰੀ ਤੋਂ ਕੁਝ ਸਾਧੂ ਰਾਮ ਤੀਰਥ ਵਿਖੇ ਦਰਸ਼ਨ ਕਰਨ ਲਈ ਆਏ। ਸ੍ਰੀ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ 'ਤੇ ਉਤਰੇ ਤਾਂ ਉਸ ਸਮੇਂ ਦਿਨ ਕਾਫੀ ਢਲ ਗਿਆ ਸੀ। ਉਹ ਰਾਤ ਠਹਿਰਨ ਦਾ ਪ੍ਰਬੰਧ ਕਰਨ ਲੱਗੇ। ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਨਜ਼ਦੀਕ ਹੀ ਘਨੂਪੁਰ ਕਾਲੇ ਵਿਖੇ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ ਅਸਥਾਨ ਹੈ। ਉੱਥੇ ਆਰਾਮ ਨਾਲ ਰਾਤ ਕੱਟ ਸਕਦੇ ਹੋ। ਲੰਗਰ ਪਾਣੀ ਦਾ ਵੀ ਉੱਥੇ 24 ਘੰਟੇ ਪ੍ਰਬੰਧ ਹੈ। ਜਿਉਂ ਬਚਨ ਵੀ ਹੈ, ਸਾਧ ਸੰਗਤ ਕਰ ਧਰਮਸਾਲ ਸਿੱਖ ਸੇਵਾ ਲਾਏ। ਸਾਧੂ ਪੁਰਖ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਆਏ ਤੇ ਬਾਬਾ ਜੀ ਨੂੰ ਨਮਸਕਾਰ ਕੀਤੀ। ਬਾਬਾ ਜੀ ਨੇ ਗੁਰਫਤਿਹ ਦੀ ਸਾਂਝ ਕਰਕੇ ਉਹਨਾਂ ਨਾਲ ਬਚਨ ਬਿਲਾਸ ਕੀਤੇ। ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਨੂੰ ਲੰਗਰ ਪਾਣੀ ਛਕਣ ਲਈ ਬੇਨਤੀ ਕੀਤੀ। ਲੰਗਰ ਛਕਣ ਲਈ ਸਾਧੂ ਪੁਰਖ ਲੰਗਰ ਹਾਲ ਵਿਖੇ ਚਲੇ ਗਏ। ਬਾਬਾ ਜੀ ਸੇਵਾਦਾਰਾਂ ਨੂੰ ਕਹਿੰਦੇ ਕਿ ਪੁੱਤ, ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ, ਚੰਗਾ ਲੰਗਰ ਪਾਣੀ ਛਕਾਓ ਤੇ ਇਹਨਾਂ ਦੀਆਂ ਜੋਤਾਂ ਵੀ ਜਗਾਓ। ਭਾਵ ਦੇਸੀ ਘਿਓ ਦੇ ਗੱਫੇ ਛਕਾਓ। ਜਿੰਨਾ ਛਕਦੇ ਹਨ ਇਹਨਾਂ ਨੂੰ ਛਕਾਓ। ਬਚਨ ਵੀ ਹੈ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ। ਫਿਰ ਬਚਨ ਕੀਤਾ ਕਿ ਪੁੱਤ, ਇਸ਼ਤਿਹਾਰ ਕਿਸ ਵਾਸਤੇ ਲਗਾਏ ਜਾਂਦੇ ਹਨ? ਸੇਵਾਦਾਰ ਕਹਿੰਦੇ ਕਿ ਬਾਬਾ ਜੀ ਮਸ਼ਹੂਰੀ ਕਰਨ ਵਾਸਤੇ। ਪੁੱਤ, ਉਹ ਇਸ਼ਤਿਹਾਰ ਤੇ ਕੰਧਾਂ 'ਤੇ ਲੰਗੇ ਰਹਿ ਜਾਂਦੇ, ਕੋਈ ਪੜ੍ਹਦਾ ਤੇ ਕੋਈ ਨਹੀਂ ਪੜ੍ਹਦਾ, ਤੇ ਉਹ ਇਸ਼ਤਿਹਾਰ ਲਾਏ ਵੀ ਲਾਗੇ ਲਾਗੇ ਹੀ ਜਾਂਦੇ ਨੇ। ਪਰ ਪੁੱਤ, ਇਹ ਇਸ਼ਤਿਹਾਰ ਅਯੋਧਿਆ ਤੱਕ ਜਾਣੇ ਹਨ। ਪੁੱਤ, ਇਹਨਾਂ ਦੀ ਚੰਗੀ ਸੇਵਾ ਕਰੋਗੇ ਤਾਂ ਇਹ ਇਸ਼ਤਿਹਾਰ ਭਾਵ ਸਾਧੂ ਅਯੋਧਿਆ ਤੱਕ ਬੋਲ ਕੇ ਤੁਹਾਡੀ ਮਸ਼ਹੂਰੀ ਕਰਦੇ ਜਾਣਗੇ। ਜਿੱਥੇ ਵੀ ਜਾਣਗੇ ਗੁਰੂ ਨਾਨਕ ਦੇ ਘਰ ਦੀ ਸੋਭਾ ਗਾਉਣਗੇ, ਜੈ ਜੈਕਾਰ ਕਰਨਗੇ। ਪਾਤਸ਼ਾਹ ਵੀ ਬਚਨ ਕਰਦੇ ਹਨ, ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ। ਪੁੱਤ, ਹਰ ਇੱਕ ਨੂੰ ਦੱਸਣਗੇ ਕਿ ਅਸੀਂ ਗੁਰੂ ਨਾਨਕ ਦੇ ਸਿੱਖਾਂ ਨੂੰ ਮਿਲ ਕੇ ਆਏ ਹਾਂ। ਗੁਰੂ ਨਾਨਕ ਦੇ ਘਰ ਕੋਈ ਤੋਟਾ ਨਹੀਂ। ਗੁਰੂ ਨਾਨਕ ਦੇ ਸਿੱਖ ਬਹੁਤ ਸੇਵਾ ਭਾਵਨਾ ਵਾਲੇ ਹਨ। ਪੁੱਤ, ਇਹ ਸੇਵਾ ਹੀ ਗੁਰੂ ਨਾਨਕ ਦੇ ਘਰ ਦੀ ਸੋਭਾ ਹੈ। ਇਹ ਗੁਰੂ ਨਾਨਕ ਦੀ ਸੋਭਾ ਹੈ। ਬਚਨ ਵੀ ਹੈ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ, ਵੱਧ ਤੋਂ ਵੱਧ ਇਹਨਾਂ ਦਾ ਸਤਿਕਾਰ ਕਰੋ। ਦਾਸਨ ਕੀ ਹੋਏ ਦਾਸ ਦਾਸਰੀ, ਤਾ ਪਾਵੈ ਸੋਭਾ ਹਰ ਦੁਆਰੀ। ਸੇਵਾਦਾਰਾਂ ਨੇ ਵੀ ਫਿਰ ਬੜੀ ਭਾਵਨਾ ਨਾਲ ਸੇਵਾ ਕੀਤੀ। ਸਾਧੂ ਜਨ ਬਾਬਾ ਜੀ ਵੱਲੋਂ ਦਿੱਤੇ ਸਤਿਕਾਰ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਜਦੋਂ ਵੀ ਸਵਾਮੀ ਰਾਮ ਤੀਰਥ ਜੀ ਦੇ ਅਸਥਾਨ 'ਤੇ ਦਰਸ਼ਨ ਕਰਨ ਲਈ ਆਉਣਾ ਤਾਂ ਉਹਨਾਂ ਨੇ ਬਾਬਾ ਜੀ ਦੇ ਕੋਲ ਜ਼ਰੂਰ ਆਉਣਾ। ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਬਾਬਾ ਜੀ ਦੇ ਕੋਲ ਰਾਤ ਰਹਿ ਕੇ ਜਾਂਦੇ ਹੁੰਦੇ ਸਨ। ਇਤਨਾ ਪ੍ਰੇਮ ਬਾਬਾ ਜੀ ਦੇ ਨਾਲ ਬਣ ਗਿਆ। ਸਤਿਪੁਰਸ਼ਾਂ ਦਾ ਪ੍ਰੇਮ ਵੀ ਨਿਰਾਲਾ ਹੀ ਹੁੰਦਾ ਹੈ। ਇਹ ਵੀ ਕੋਈ ਅਗੰਮੀ ਹੀ ਖੇਡ ਹੁੰਦੀ ਹੈ। ਪਾਤਸ਼ਾਹ ਵੀ ਸਤਿਪੁਰਸ਼ਾਂ ਦੇ ਪ੍ਰੇਮ ਪ੍ਰਥਾਏ ਬਚਨ ਕਰਦੇ ਹਨ, ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ। ਮੈਂ ਮੇਲੇ ਮਿੱਤਰ ਸਤਿਗੁਰ ਵਿਚੋਲੇ ਜੀਓ। ਮਨ ਦੇਵਾ ਸੰਤਾ ਮੇਰਾ ਪ੍ਰਭ ਮੇਲੇ ਜੀਓ। ਹਰ ਵਿਟੜਿਓ ਸਦਾ ਘੋਲੇ ਜੀਓ। ਬਾਬਾ ਜੀ ਤਾਂ ਸੀ ਹੀ ਐਸੀ ਪ੍ਰੇਮ ਭਾਵਨਾ ਵਾਲੇ ਮਹਾਂਪੁਰਖ ਕਿ ਜਿਸ ਨੇ ਇੱਕ ਵਾਰ ਦਰਸ਼ਨ ਕਰ ਲਏ ਉਹ ਤੇ ਬਾਬਾ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਪੂਰਨ ਸਾਧੂ ਸਨ। ਸਭ ਨੂੰ ਸਤਿਕਾਰ ਦਿੱਤਾ, ਪਿਆਰ ਦਿੱਤਾ। ਸਭਨਾਂ ਦੇ ਸਦਾ ਸਾਜਨ ਮੀਤ ਬਣ ਕੇ ਰਹੇ। ਬਚਨ ਵੀ ਹੈ, ਸਭ ਕੋ ਮੀਤ ਹਮ ਆਪਨ ਕੀਤਾ ਕੀਨਾ।
ਹਮ ਸਭਨਾ ਕੇ ਸਾਜਨ। ਇਸ ਤਰ੍ਹਾਂ ਬਾਬਾ ਜੀ ਸੰਗਤ ਨੂੰ ਸੇਵਾ ਨਾਲ ਵੀ ਜੋੜਦੇ ਰਹਿੰਦੇ ਸਨ। ਬੜਾ ਮਹਾਤਮ ਸੇਵਾ ਨੂੰ ਦਿੰਦੇ ਸਨ। ਬਾਬਾ ਜੀ ਇਹ ਵੀ ਬਚਨ ਕਰਦੇ ਹੁੰਦੇ ਸਨ ਕਿ ਪੁੱਤ, ਪਰਮਾਤਮਾ ਨੂੰ ਯਾਦ ਤਾਂ ਕਈ ਚੇਤਨ ਪਸ਼ੂ ਪੰਛੀ ਵੀ ਕਰਦੇ ਹਨ, ਪਰ ਸੇਵਾ ਸਿਰਫ ਮਾਨਸ ਜਨਮ ਦੇ ਹਿੱਸੇ ਆਈ ਹੈ। ਹੱਥ ਪੈਰ ਦੀ ਬਖਸ਼ਿਸ਼ ਪਰਮਾਤਮਾ ਨੇ ਸੇਵਾ ਲਈ ਹੀ ਕੀਤੀ ਹੈ। ਇਹੀ ਇਹਨਾਂ ਦਾ ਕਾਜ ਹੈ। ਬਚਨ ਵੀ ਹੈ ਪੇਖਣ ਕੋ ਨੇਤਰ, ਸੁਣਨ ਕੋ ਕਰਨਾ, ਹਸਤ ਕਮਾਵਨ ਬਾਸਨ ਰਸਨਾ, ਚਰਨ ਚੱਲਨ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕੁਰ ਕੇ ਪੂਜੋ ਪੈਰਾ। ਹਬੀਬਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ। ਪਿੰਡ ਹਬੀਬਵਾਲ ਭਲੱਥ ਵਿਖੇ ਵੀ ਬਾਬਾ ਜੀ ਨੇ ਸੇਵਾ ਦਾ ਕਾਰਜ ਕੀਤਾ ਸੀ। ਇਸ ਪਿੰਡ ਦੀ ਸੰਗਤ ਸਾਲਾਨਾ ਦਿਹਾੜਾ ਮਨਾਉਂਦੀ ਸੀ ਤੇ ਬਾਬਾ ਜੀ ਵੀ ਹਰ ਸਾਲ ਹਾਜ਼ਰੀ ਭਰਦੇ ਸਨ। ਸੰਨ 1999 ਵਿੱਚ ਬਾਬਾ ਜੀ ਹਬੀਬਵਾਲ ਵਿਖੇ ਆਏ। ਬਾਬਾ ਜੀ ਨੇ ਦੇਖਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਛੱਤ ਵਿੱਚੋਂ ਪਾਣੀ ਚੋਂਦਾ ਹੈ। ਬਾਬਾ ਜੀ ਜੋਗਿੰਦਰ ਸਿੰਘ, ਪ੍ਰਿਥੀਪਾਲ ਸਿੰਘ ਹੋਰਾਂ ਨੂੰ ਕਹਿੰਦੇ ਕਿ ਪੁੱਤ, ਰਲ ਮਿਲ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਕਰਾਓ, ਗੁਰੂ ਕੋਈ ਘਾਟਾ ਨਹੀਂ ਆਉਣ ਦੇਵੇਗਾ। ਗੁਰ ਸਾਗਰ ਸਤ ਸੇਵੀਆ ਦੇ ਟੋਟ ਨਾ ਆਵੈ। ਜੋਗਿੰਦਰ ਸਿੰਘ, ਪ੍ਰਿਥੀਪਾਲ ਸਿੰਘ ਹੋਰਾਂ ਨੇ ਸਲਾਹ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਆਰੰਭ ਕਰ ਦਿੱਤੀ। ਸੰਗਤ ਨੇ ਵੀ ਸਮਰੱਥਾ ਅਨੁਸਾਰ ਸੇਵਾ ਵਿੱਚ ਹਿੱਸਾ ਪਾਇਆ। ਜਿਸ ਦਿਨ ਗੁਰਦੁਆਰਾ ਸਾਹਿਬ ਦੀ ਨੀਂਹ ਰੱਖਣੀ ਸੀ, ਬਾਬਾ ਜੀ ਵੀ ਹਬੀਬਵਾਲ ਵਿਖੇ ਆਏ। ਨੀਹਾਂ ਵੱਲ ਦੇਖ ਕੇ ਕਹਿੰਦੇ ਕਿ ਭਾਈ, ਇਹ ਨੀਹਾਂ ਸਹੀ ਨਹੀਂ, ਮੈਨੂੰ ਬੁੱਢੇ ਨੂੰ ਫੜ ਕੇ ਨੀਂਹ ਵਿੱਚ ਉਤਾਰੋ। ਬਾਬਾ ਜੀ ਨੀਂਹ ਵਿੱਚ ਉਤਰੇ ਤੇ ਖੁੰਡੇ ਨਾਲ ਇਸ਼ਾਰਾ ਕਰਕੇ ਬਚਨ ਕੀਤਾ ਕਿ ਮੇਰਾ ਖੁੰਡਾ ਨੀਂਹ ਵਿੱਚ ਸਿੱਧਾ ਵੀ ਖੜਾ ਹੋਣਾ ਚਾਹੀਦਾ ਤੇ ਉਧਰ ਆਧਰ ਚੌੜਾ ਵੀ ਘੁੰਮਣਾ ਚਾਹੀਦਾ। ਬਾਬਾ ਜੀ ਨੇ ਫਿਰ 7 ਇੱਟਾਂ ਦੀ ਚੌੜੀ, ਭਾਵ 5 ਫੁੱਟ ਤੇ 3 ਇੰਚ ਨੀਂਹ ਰਖਵਾਈ। ਜਿਸ ਵੇਲੇ ਨੀਹਾਂ ਪੁੱਟੀਆਂ ਸਨ, ਉਦੋਂ ਪਿੰਡ ਟਾਂਡੀ ਤੋਂ ਵੀ ਕੁਝ ਸੱਜਣ ਆਏ ਹੋਏ ਸਨ। ਉਹਨਾਂ ਕਿਹਾ ਕਿ ਹਬੀਬਵਾਲ ਵਾਲਿਓ, ਗੁਰਦੁਆਰਾ ਸਾਹਿਬ ਦੀਆਂ ਨੀਹਾਂ ਤੇ ਤੁਸੀਂ ਪੁੱਟ ਲਈਆਂ ਨੇ, ਪਰ ਦੇਖਾਂਗੇ ਕਿ ਤੁਸੀਂ ਗੁਰਦੁਆਰਾ ਸਾਹਿਬ ਬਣਾ ਕਿਵੇਂ ਲੈਂਦੇ ਹੋ। ਤੁਹਾਡੇ ਕੋਲੋਂ ਤੇ ਖਰਚਾ ਹੀ ਨਹੀਂ ਝੱਲਿਆ ਜਾਣਾ। ਬਾਬਾ ਜੀ ਨੇ 7 ਇੱਟਾਂ ਦੀ ਚੌੜੀ ਨੀਂਹ ਰਖਵਾਈ ਤੇ ਫਿਰ ਬਚਨ ਕੀਤਾ ਕਿ ਭਾਈ, ਕਿਹੜਾ ਕਹਿੰਦਾ ਕਿ ਇਹ ਗੁਰਦੁਆਰਾ ਸਾਹਿਬ ਪੂਰਾ ਨਹੀਂ ਹੋਣਾ। ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ, ਹਬੀਬਵਾਲ ਦਾ ਤੇ ਇਕੱਲਾ ਘਰ ਗੁਰਦੁਆਰਾ ਸਾਹਿਬ ਦੀ ਸੇਵਾ ਕਰਾ ਸਕਦਾ ਹੈ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਜੋ ਜੀਵ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਦੇ ਹਨ, ਉਹਨਾਂ ਦਾ ਬਲ, ਉਹਨਾਂ ਦਾ ਤਾਨ ਸਤਿਗੁਰੂ ਪਾਤਸ਼ਾਹ ਆਪ ਹੁੰਦੇ ਹਨ। ਬਚਨ ਹੈ ਜਿਨੀ ਸਤਿਗੁਰ ਸੇਵਿਆ ਤਾਨ ਨਿਤਾਣੇ ਤਿਸ, ਤਥਾ ਹਰ ਮੇਰੀ ਓਟ ਮੈਂ ਹਰ ਕਾ ਤਾਨ, ਹਰ ਮੇਰਾ ਸਖਾ ਮਨ ਮਾਹੇ ਦੀਵਾਨ, ਹਰ ਮੇਰੀ ਪੂੰਜੀ ਮੇਰਾ ਹਰ ਵੇ ਸਾਹੋ, ਗੁਰਮੁਖ ਧਨ ਖੱਟੀ ਹਰ ਮੇਰਾ ਸਾਹੋ। ਬਾਬਾ ਜੀ ਦੇ ਬਚਨਾਂ ਦੀ ਐਸੀ ਬਖਸ਼ਿਸ਼ ਵਰਤੀ ਕਿ ਪਿੰਡ ਵਾਲਿਆਂ ਨੂੰ ਕੋਈ ਘਾਟ ਨਹੀਂ ਰਹੀ। ਵਾਕਿਆ ਹੀ ਇਕੱਲਾ ਘਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਕਰਾਉਣ ਦੇ ਸਮਰੱਥ ਬਣ ਗਿਆ ਹੈ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਬਰਕਤ ਵਰਤੀ। ਐਸੀ ਕਿਰਪਾ ਹੋਈ ਕਿ 31 ਦਿਨਾਂ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਲੈਂਟਰ ਪੈ ਗਿਆ। ਇੱਕ ਦਿਨ ਬਾਬਾ ਜੀ ਪੰਡੋਰੀ ਕੁਟੀਆ ਵਿਖੇ ਬੈਠੇ ਹੋਏ ਸਨ। ਜੋਗਿੰਦਰ ਸਿੰਘ, ਜਿਨ੍ਹਾਂ ਦੇ ਕੋਲ ਗੁਰਦੁਆਰਾ ਸਾਹਿਬ ਹਬੀਬਵਾਲ ਦੀ ਇਮਾਰਤ ਦੀ ਸੇਵਾ ਦਾ ਸਾਰਾ ਹਿਸਾਬ ਕਿਤਾਬ ਸੀ, ਬਾਬਾ ਜੀ ਦੇ ਦਰਸ਼ਨ ਕਰਨ ਲਈ ਪੰਡੋਰੀ ਕੁਟੀਆ ਵਿਖੇ ਆਏ। ਫਤਿਹ ਦੀ ਸਾਂਝ ਕਰਕੇ ਬਾਬਾ ਜੀ ਦੇ ਕੋਲ ਬੈਠ ਗਏ। ਬਾਬਾ ਜੀ ਕਹਿੰਦੇ, ਪੁੱਤ, ਸ਼ਾਹੂਕਾਰ ਨਹੀਂ ਲੁੱਟੇ ਸੀ, ਗੁਰਦੁਆਰਾ ਸਾਹਿਬ ਦੇ ਬਰਾਂਡੇ ਦੀ ਤਿਆਰੀ ਕਿਉਂ ਨਹੀਂ ਕਰਾਈ? ਜੋਗਿੰਦਰ ਸਿੰਘ ਮੁਸਕਰਾ ਕੇ ਕਹਿੰਦਾ ਕਿ ਬਾਬਾ ਜੀ, ਸ਼ਾਹੂਕਾਰ ਤਾਂ ਲੁੱਟੇ ਸੀ। ਬਾਬਾ ਜੀ ਨੇ ਫਿਰ ਆਪਣੀ ਜੇਬ ਵਿੱਚ ਹੱਥ ਮਾਰਿਆ ਤੇ ਨਵੇਂ ਨੋਟਾਂ ਦੀਆਂ ਥਈਆਂ ਕੱਢ ਕੇ ਜੋਗਿੰਦਰ ਸਿੰਘ ਨੂੰ ਕਹਿੰਦੇ, ਪੁੱਤ, ਆਹ ਫੜ ਪੈਸੇ ਤੇ ਜਾ ਕੇ ਬਰਾਂਡੇ ਦੀ ਤਿਆਰੀ ਕਰਾਓ। ਜੋਗਿੰਦਰ ਸਿੰਘ ਨੇ ਮਾਇਆ ਲੈਣ ਤੋਂ ਮਨਾ ਕਰ ਦਿੱਤਾ ਤੇ ਬੇਨਤੀ ਕੀਤੀ ਕਿ ਬਾਬਾ ਜੀ, ਇੰਜ ਨਹੀਂ ਆਪ ਜੀ ਦੇ ਕੋਲੋਂ ਮਾਇਆ ਲੈਣੀ, ਤੁਸੀਂ ਉਂਝ ਹੀ ਕਿਰਪਾ ਕਰੋ ਕਿ ਕਿਸੇ ਦੇ ਮਨ ਵਿੱਚ ਸੇਵਾ ਕਰਨ ਦਾ ਫੁਰਨਾ ਬਣ ਜਾਏ। ਜੋਗਿੰਦਰ ਸਿੰਘ ਨੇ ਮਾਇਆ ਨਹੀਂ ਲਈ ਤੇ ਵਾਪਸ ਆ ਗਏ। ਨਡਾਲਾ ਅੱਡੇ 'ਤੇ ਪਹੁੰਚੇ ਤਾਂ ਉਹਨਾਂ ਦੇ ਪਿੰਡ ਦੀ ਇੱਕ ਭੈਣ ਜੋ ਦਿੱਲੀ ਰਹਿੰਦੀ ਸੀ,
ਉਸਨੇ ਬੱਸ ਵਿੱਚੋਂ ਹੀ ਜੋਗਿੰਦਰ ਸਿੰਘ ਨੂੰ ਆਵਾਜ਼ ਮਾਰੀ। ਜੋਗਿੰਦਰ ਸਿੰਘ ਉਸ ਦੀ ਆਵਾਜ਼ ਸੁਣ ਕੇ ਬੱਸ ਦੇ ਕੋਲ ਆਏ। ਹਾਲ ਚਾਲ ਪੁੱਛ ਕੇ ਉਹ ਕਹਿੰਦੀ ਕਿ ਵੀਰ ਜੀ, ਤੁਸੀਂ ਆਹ 2000 ਰੁਪਏ ਲੈ ਲਵੋ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਪਾ ਲਿਓ। ਹਰ ਆਪੇ ਸਰਦਾ ਲਾਏ ਮਿਲਾਏ, ਹਰ ਆਪੇ ਆਪ ਸਵਾਰੇ। ਜੋਗਿੰਦਰ ਸਿੰਘ ਨੂੰ ਉਸਨੇ 2000 ਰੁਪਏ ਫੜਾ ਦਿੱਤੇ, ਪਰ ਉਹ ਬੱਸ ਵਿੱਚੋਂ ਨਹੀਂ ਉਤਰੀ ਅਤੇ ਅੱਗੇ ਚਲੀ ਗਈ। ਜੋਗਿੰਦਰ ਸਿੰਘ ਬੜੇ ਹੈਰਾਨ ਹੋਏ ਅਤੇ ਉਹਨਾਂ ਦਾ ਖਿਆਲ ਬਾਬਾ ਜੀ ਵੱਲ ਹੀ ਜਾਵੇ। ਇਹ ਅਚਰਜ ਕੌਤਕ ਵਾਪਰਿਆ ਸੀ। ਮਨ ਵਿੱਚ ਇਹੀ ਖਿਆਲ ਆ ਰਿਹਾ ਸੀ ਕਿ ਮਨਾ ਸਤਿਗੁਰੂ ਪਾਤਸ਼ਾਹ ਆਪ ਹੀ ਦਿਆਲ ਹੋਣ ਅਤੇ ਜੀਵ ਤੇ ਸੇਵਾ ਲੈ ਲੈਣ। ਜੀਵ ਦੇ ਵੱਸ ਕੀ? ਜੀਵ ਦੀ ਕੋਈ ਸਮਰੱਥਾ ਨਹੀਂ। ਇਹ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਵਰਤਦੀ ਹੈ। ਬਚਨ ਵੀ ਹੈ, ਆਪੇ ਸੇਵ ਕਰਾਇਦਾ ਪਿਆਰਾ, ਆਪ ਦਿਵਾਵੈ ਮਾਨ। ਜੋਗਿੰਦਰ ਸਿੰਘ ਹੋਰਾਂ ਨੇ ਬਰਾਂਡੇ ਦੀ ਸੇਵਾ ਤੋਂ ਉਪਰੰਤ ਖਰਚੇ ਦਾ ਹਿਸਾਬ ਕੀਤਾ ਤਾਂ ਉਨੇ ਪੈਸੇ ਹੀ ਘਟਦੇ ਸਨ ਜਿੰਨੇ ਪੈਸੇ ਉਹ ਭੈਣ ਦੇ ਕੇ ਗਈ ਸੀ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਅਤੇ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੰਪੂਰਨਤਾ ਹੋ ਗਈ। ਜਿਸ ਤੋਂ ਆਵੈ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਬਾਬਾ ਜੀ ਨੇ ਫਿਰ ਹਬੀਬਵਾਲ ਤੋਂ ਹਬੀਬਵਾਲ ਮੰਡ ਤੱਕ ਜਾਂਦੀ ਸੜਕ ਦੀ ਵੀ ਸੇਵਾ ਕਰਾਈ। ਪਿੰਡ ਦੀ ਸੰਗਤ ਨੂੰ ਉਤਸ਼ਾਹ ਦੇ ਕੇ ਬਾਬਾ ਜੀ ਨੇ ਸੜਕ 'ਤੇ ਮਿੱਟੀ ਪਵਾਈ ਅਤੇ ਸੜਕ ਚੌੜੀ ਕਰਾਈ। ਪਰਉਪਕਾਰ ਦੇ ਕਾਰਜ ਪਰਉਪਕਾਰੀ ਮਹਾਂਪੁਰਖਾਂ ਨੇ ਇਸ ਨਗਰ ਵਿੱਚ ਵੀ ਬਹੁਤ ਕੀਤੇ। ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵਿਖੇ ਸਰੋਵਰ ਦੀ ਸੇਵਾ। ਸੇਵਾ ਪ੍ਰੇਮੀ ਮਹਾਂਪੁਰਖਾਂ ਦੀ ਝੋਲੀ ਵਿੱਚ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਦੀ ਸੇਵਾ ਵੀ ਪਈ। ਸੰਨ 1990 ਦੇ ਕਰੀਬ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵਿਖੇ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਹੋਈ। ਕਮੇਟੀ ਪ੍ਰਬੰਧਕਾਂ ਨੇ ਇਸ ਸੇਵਾ ਲਈ ਬਾਬਾ ਜੀ ਕੁੱਲੀ ਵਾਲਿਆਂ ਨੂੰ ਬੇਨਤੀ ਕੀਤੀ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਬਾਬਾ ਜੀ ਸੰਗਤ ਲੈ ਕੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਵੱਲ ਚੱਲ ਪਏ। ਰਾਤ ਪੰਡੋਰੀ ਕੁਟੀਆ ਭਲਾਥ ਵਿਖੇ ਠਹਿਰੇ। ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਰਿਸ਼ੀਕੇਸ਼ ਲਈ ਤਿਆਰੀਆਂ ਸ਼ੁਰੂ ਹੋਈਆਂ। ਪੰਡੋਰੀ ਕੁਟੀਆ ਤੋਂ ਤੁਰਨ ਲੱਗੇ ਤਾਂ ਸੰਗਤ ਨੇ ਮਾਇਆ ਭੇਟਾ ਕੀਤੀ, ਪਰ ਬਾਬਾ ਜੀ ਨੇ ਮਾਇਆ ਨਹੀਂ ਲਈ। ਕੁਝ ਸਿੰਘਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਤੁਸੀਂ ਰਿਸ਼ੀਕੇਸ਼ ਜਾਣਾ ਹੈ, ਰਸਤੇ ਵਿੱਚ ਪੈਸੇ ਦੀ ਲੋੜ ਹੈ, ਤੇਲ ਵੀ ਪਵਾਉਣਾ ਹੈ, ਆਪ ਜੀ ਇਹ ਮਾਇਆ ਰੱਖ ਲਵੋ। ਬਾਬਾ ਜੀ ਸਿੰਘਾਂ ਨੂੰ ਕਹਿੰਦੇ ਕਿ ਭਾਈ, ਜਿਹਦਾ ਕਾਰਜ ਕਰਨ ਚੱਲੇ ਆ, ਤੇਲ ਵੀ ਉਹ ਆਪੇ ਹੀ ਪਵਾ ਦੇਗਾ, ਇੱਥੋਂ ਮਾਇਆ ਖੜਨ ਦੀ ਸਾਨੂੰ ਨਹੀਂ ਕੋਈ ਲੋੜ। ਐਸੀ ਤਿਆਗ ਬਿਰਤੀ ਵਾਲੇ ਮਹਾਂਪੁਰਖ ਸਨ। ਐਸੇ ਸਤਿਪੁਰਖਾਂ ਪ੍ਰਥਾਏ ਹੀ ਬਚਨ ਹੈ, ਲੋਭ ਮੋਹ ਸਭ ਕੀਨੋ ਦੂਰ, ਪਰਮ ਬੈਸਨੋ ਪ੍ਰਭ ਪੇਖ ਹਜੂਰ। ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਜਪੈ ਜਨ ਸੋਏ। ਅਸਲ ਵਿੱਚ ਸਤਿਪੁਰਸ਼ਾਂ ਦਾ ਭਰੋਸਾ ਹੀ ਇਤਨਾ ਹੁੰਦਾ ਹੈ ਕਿ ਇਸ ਭਰੋਸੇ ਰੂਪੀ ਕਰੁੰਬਲ ਨੂੰ ਤਿਆਗ ਅਤੇ ਸੰਤੋਖ ਰੂਪੀ ਫੁੱਲ ਲੱਗ ਜਾਂਦੇ ਹਨ। ਬਾਬਾ ਜੀ ਬਚਨ ਵੀ ਕਰਦੇ ਹੁੰਦੇ ਸਨ ਕਿ ਐਸੀ ਨਹੀਂ ਕੋਈ ਗੱਲ, ਕੁੱਲੀ ਜੁੱਲੀ ਅਤੇ ਗੁੱਲੀ ਦਰਵੇਸ਼ ਨੂੰ ਵੀ ਚਾਹੀਦੀਆਂ ਨੇ, ਸਾਧੂ ਨੂੰ ਵੀ ਚਾਹੀਦੀਆਂ ਨੇ, ਪਰ ਸਾਧੂ ਇਹਨਾਂ ਪਿੱਛੇ ਹੀ ਭੱਜਾ ਨਾ ਫਿਰੇ, ਸੰਤੋਖ ਰੱਖੇ, ਸਬਰੀ ਹੋਵੇ। ਦਮੜੇ ਚਮੜੇ 'ਤੇ ਰੀਝਣ ਵਾਲਾ ਸਾਧੂ ਸਾਧੂ ਨਹੀਂ ਹੁੰਦਾ। ਐਸਾ ਭਰੋਸਾ ਬਾਬਾ ਜੀ ਦਾ ਵਾਹਿਗੁਰੂ ਪਰਮੇਸ਼ਵਰ 'ਤੇ ਸੀ। ਸਾਧੂ ਦਾ ਭਰੋਸਾ ਐਸਾ ਪ੍ਰਪੱਕ ਹੁੰਦਾ ਹੈ ਕਿ ਜਿਵੇਂ ਕਿਤਨੀ ਵੀ ਸਿਖਰ ਦੀ ਧੁੱਪ ਕਿਉਂ ਨਾ ਹੋ ਜਾਵੇ, ਸੂਰਜਮੁਖੀਏ ਦਾ ਫੁੱਲ ਕਦੇ ਵੀ ਸੂਰਜ ਵੱਲ ਆਪਣੀ ਪਿੱਠ ਨਹੀਂ ਕਰਦਾ। ਸਾਧੂ ਵੀ ਇਉਂ ਹੀ ਕਿਤਨੀ ਵੀ ਔਕੜ ਵਿੱਚੋਂ ਕਿਉਂ ਨਾ ਲੰਘਣ, ਪਰ ਪਰਮੇਸ਼ਵਰ ਦਾ ਸਦੀਵੀ ਸ਼ੁਕਰਾਨਾ ਕਰਦੇ ਹਨ ਅਤੇ ਕੋਈ ਦੂਜੀ ਆਸ ਨਹੀਂ ਰੱਖਦੇ। ਬਚਨ ਵੀ ਹੈ, ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ, ਮੋਹ ਦੂਜੀ ਨਾ ਹੀ ਠੌਰ, ਜਿਸ ਪਹਿ ਹਮ ਜਾਵਹਿਗੇ। ਬਾਬਾ ਜੀ ਨੇ ਉਹਨਾਂ ਸਿੰਘਾਂ ਕੋਲੋਂ ਵੀ ਮਾਇਆ ਨਹੀਂ ਲਈ ਅਤੇ ਰਿਸ਼ੀਕੇਸ਼ ਵੱਲ ਚੱਲ ਪਏ। ਰਾਜਪੁਰਾ ਲਾਗੇ ਪਹੁੰਚੇ ਤਾਂ ਗੱਡੀ ਵਿੱਚ ਤੇਲ ਘੱਟ ਸੀ। ਭਾਈ ਬਲਵੰਤ ਸਿੰਘ ਨੇ ਬਾਬਾ ਜੀ ਨੂੰ ਦੱਸਿਆ ਕਿ ਤੇਲ ਪਾਉਣ ਵਾਲਾ ਹੈ। ਪੈਸਾ ਨਾ ਬਾਬਾ ਜੀ ਦੇ ਕੋਲ ਕੋਈ ਸੀ ਅਤੇ ਨਾ ਹੀ ਭਾਈ ਬਲਵੰਤ ਸਿੰਘ ਦੇ ਕੋਲ। ਸੰਗਤ ਜੋ ਨਾਲ ਜਾ ਰਹੀ ਸੀ ਦੇ ਮਨ ਵਿੱਚ ਵੀ ਸੀ ਕਿ ਤੇਲ ਦੀ ਸੇਵਾ ਅਸੀਂ ਦੇ ਦਿਆਂਗੇ, ਪਰ ਪਰਮੇਸ਼ਵਰ ਨੇ ਕੋਈ ਹੋਰ ਹੀ ਕੌਤਕ ਵਰਤਾਉਣਾ ਸੀ। ਬਾਬਾ ਜੀ ਭਾਈ ਸਾਹਿਬ ਨੂੰ ਕਹਿੰਦੇ ਕਿ ਪੈਟਰੋਲ ਪੰਪ ਤੋਂ ਤੇਲ ਪਵਾ ਲਓ। ਬਚਨ ਮੰਨ ਕੇ ਭਾਈ ਸਾਹਿਬ ਨੇ ਗੱਡੀ ਪੈਟਰੋਲ ਪੰਪ 'ਤੇ ਖੜੀ ਕਰ ਦਿੱਤੀ।
ਉਸ ਵੇਲੇ ਪੰਪ ਉੱਤੇ ਇੱਕ ਹੋਰ ਵੀਰ ਗੱਡੀ ਵਿੱਚ ਤੇਲ ਪਵਾਉਣ ਲਈ ਆਇਆ। ਉਸ ਵੀਰ ਦਾ ਧਿਆਨ ਬਾਬਾ ਜੀ ਵੱਲ ਪਿਆ ਅਤੇ ਉਹ ਦਰਸ਼ਨ ਕਰਨ ਲਈ ਬਾਬਾ ਜੀ ਦੇ ਕੋਲ ਆਇਆ। ਫਤਿਹ ਦੀ ਸਾਂਝ ਕਰਕੇ ਉਹ ਵੀਰ ਬਾਬਾ ਜੀ ਨੂੰ ਕਹਿੰਦਾ ਕਿ ਬਾਬਾ ਜੀ, ਤੇਲ ਪਵਾਉਣ ਦੀ ਸੇਵਾ ਮੈਨੂੰ ਦਿਓ। ਬਾਬਾ ਜੀ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਧੱਕੇ ਨਾਲ ਤੇਲ ਦੇ ਪੈਸੇ ਦੇ ਗਿਆ ਅਤੇ ਤੇਲ ਪਵਾ ਕੇ ਚਲਾ ਗਿਆ। ਐਸੇ ਕੌਤਕ ਪ੍ਰਥਾਏ ਹੀ ਪਾਤਸ਼ਾਹ ਜੀ ਦਾ ਬਚਨ ਹੈ, ਸੰਤ ਭਾਗ ਉਹ ਪਾਛੈ ਪਰੈ। ਬਾਬਾ ਜੀ ਮੁਸਕਰਾ ਕੇ ਸਿੰਘਾਂ ਨੂੰ ਕਹਿੰਦੇ ਕਿ ਸਿੰਘੋ, ਤੁਹਾਨੂੰ ਕਿਹਾ ਸੀ ਨਾ, ਜਿਹਦਾ ਕਾਰਜ ਕਰਨ ਚੱਲੇ ਆ ਤੇਲ ਵੀ ਉਹ ਆਪੇ ਪਵਾ ਦੇਗਾ। ਭੇਜ ਦਿੱਤਾ ਨਾ ਸਿੰਘ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ। ਪੁੱਟ ਏਡੀ ਕੋਈ ਗੱਲ ਨਹੀਂ, ਉਹ ਹਾਜ਼ਰ ਵਰਤਦਾ ਹੈ। ਕੋਈ ਉਹਨੂੰ ਯਾਦ ਕਰੇ ਤੇ ਸਹੀ ਪੁੱਤ, ਉਹ ਹਾਜ਼ਰ ਹੀ ਹੈ। ਬਚਨ ਵੀ ਹੈ, ਸਾਧ ਤੇਰੇ ਕੀ ਜਾਚ ਨਾ ਵਿਸਰ ਨਾ ਸਾਸ ਗਿਰਾਸ। ਜੋ ਤੁਧ ਭਾਵੈ ਸੋ ਭਲਾ ਤੇਰਾ ਭਾਣੈ ਕਾਰਜ ਰਾਸ। ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ। ਬਾਬਾ ਜੀ ਸੰਗਤ ਦੇ ਨਾਲ ਦਸਮ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਾਹਿਬ ਜੀ ਦੇ ਤਪ ਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ, ਜਿਸ ਪ੍ਰਤਾਏ ਗੁਰੂ ਸਾਹਿਬ ਜੀ ਆਪ ਵੀ ਬਚਨ ਕਰਦੇ ਹਨ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਬਿਦ ਮੋਹ ਆਨੋ। ਹੇਮਕੁੰਟ ਪਰਬਤ ਹੈ ਜਹਾਂ, ਸਬਤ ਸ੍ਰਿੰਗ ਸੋਭਿਤ ਹੈ ਤਹਾਂ। ਦੇ ਦਰਸ਼ਨ ਕਰਨ ਲਈ ਵੀ ਜਾਂਦੇ ਰਹਿੰਦੇ ਸਨ। ਬਾਬਾ ਜੀ ਬਚਨ ਕਰਦੇ ਹੁੰਦੇ ਸਨ ਕਿ ਪੁੱਤ, ਸਤਿਪੁਰਸ਼ਾਂ ਦਾ ਬੰਦਗੀ ਵਾਲੀਆਂ ਰੂਹਾਂ ਦਾ ਇੱਥੇ ਪਹਾੜੀ ਪਥਰੀਲੇ ਇਲਾਕਿਆਂ ਵਿੱਚ ਆਉਣ ਦਾ ਕੀ ਮੰਤਵ। ਗੁਰੂ ਪਾਤਸ਼ਾਹ ਜੀ ਸਤਿਪੁਰਸ਼ਾਂ ਦਾ ਇੱਧਰ ਆਉਣ ਦਾ ਇਹੀਓ ਮੰਤਵ ਹੁੰਦਾ ਹੈ ਕਿ ਕਈ ਅਜਿਹੀਆਂ ਰੂਹਾਂ ਹੁੰਦੀਆਂ ਜੋ ਪੱਥਰ ਦੀ ਜੂਨ ਭੋਗ ਰਹੀਆਂ ਹੁੰਦੀਆਂ। ਕਈ ਜਨਮ ਸ਼ੈਲ ਗਿਰ ਕਰਿਆ ਸਤਿਪੁਰਸ਼ ਫਿਰ ਇਸ ਧਰਤੀ 'ਤੇ ਆਉਂਦੇ ਅਤੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਪੱਥਰਾਂ ਨੂੰ ਵੀ ਮਾਨਸ ਦੇਹੀ ਪ੍ਰਾਪਤ ਹੋ ਜਾਂਦੀ। ਸਾਧ ਸੰਗ ਭਇਓ ਜਨਮ ਪ੍ਰਾਪਤ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਧਰਤੀ ਨੂੰ ਭਾਗ ਲਾਏ ਅਤੇ ਐਸੀਆਂ ਕਈ ਰੂਹਾਂ 'ਤੇ ਬਖਸ਼ਿਸ਼ ਕੀਤੀ। ਇਸੇ ਅਸਥਾਨ 'ਤੇ ਬਾਬਾ ਜੀ ਸੰਗਤ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਆਏ। ਇੱਕ ਸੰਪਰਦਾਈ ਸਾਧੂ ਵੀ ਬਾਬਾ ਜੀ ਦੇ ਨਾਲ ਆਇਆ। ਬਾਬਾ ਜੀ ਨੇ ਸੰਗਤ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕੀਤੇ ਅਤੇ ਫਿਰ ਵਾਪਸ ਚਾਲੇ ਪਾ ਦਿੱਤੇ। ਗੁਰਦੁਆਰਾ ਸਾਹਿਬ ਗੋਬਿੰਦ ਧਾਮ ਵਿਖੇ ਆਏ। ਸੰਪਰਦਾਈ ਸਾਧੂ ਬਾਬਾ ਜੀ ਨੂੰ ਕਹਿੰਦਾ ਕਿ ਬਾਬਾ ਜੀ, ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੈਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਹਨ। ਗੁਰੂ ਸਾਹਿਬ ਮੈਨੂੰ ਕਹਿੰਦੇ ਕਿ ਸੰਤ ਜੀ, ਤੁਸੀਂ ਇੱਥੇ ਸਾਡੇ ਕੋਲ ਹੀ ਰਹੋ। ਅਸੀਂ ਗੁਰੂ ਸਾਹਿਬ ਨੂੰ ਕਿਹਾ ਕਿ ਸਾਹਿਬ ਜੀ, ਅਸੀਂ ਕੁੱਲੀ ਵਾਲੇ ਮਹਾਂਪੁਰਖਾਂ ਦੇ ਨਾਲ ਆਏ ਹਾਂ, ਉਹਨਾਂ ਦੇ ਨਾਲ ਹੀ ਵਾਪਸ ਜਾਵਾਂਗੇ, ਨਹੀਂ ਤੇ ਉਹ ਮਹਾਂਪੁਰਖ ਕੀ ਸੋਚਣਗੇ। ਸੰਤ ਜੀ ਨੇ ਬਚਨ ਕੀਤੇ ਤਾਂ ਬਾਬਾ ਜੀ ਸੰਤ ਜੀ ਦੀ ਬਾਂਹ ਫੜ ਕੇ ਕਹਿੰਦੇ, ਤੈਨੂੰ ਸਤਿਗੁਰੂ ਪਾਤਸ਼ਾਹ ਜੀ ਆਪ ਰੱਖਦੇ ਪਏ ਨੇ, ਤੈਨੂੰ ਭਲਾ ਹੋਰ ਕੀ ਚਾਹੀਦਾ। ਅਸੀਂ ਤੇਰੇ ਕੋਲੋਂ ਪੱਠੇ ਪਵਾਉਣੇ ਨੇ, ਚੱਲ ਅਸੀਂ ਤੈਨੂੰ ਪਾਤਸ਼ਾਹ ਜੀ ਦੇ ਕੋਲ ਛੱਡ ਕੇ ਆਈਏ। ਸੰਤ ਜੀ ਨੇ ਕੀਤਾ ਤੇ ਇਹ ਪਖੰਡੀ ਸੀ, ਪਰ ਉਹ ਕੀ ਜਾਣਦਾ ਸੀ ਕਿ ਬਾਬਾ ਜੀ ਪੂਰਨ ਮਹਾਂਪੁਰਖ ਹਨ। ਉਹਨਾਂ ਨੂੰ ਕੋਈ ਕੀ ਸੰਸਿਆਂ ਵਿੱਚ ਪਾ ਸਕਦਾ ਹੈ, ਕੋਈ ਭਰਮ ਉਹਨਾਂ ਅੱਗੇ ਕੀ ਵਰਤ ਸਕਦਾ ਹੈ। ਬਚਨ ਵੀ ਹੈ, ਸੰਸੈ ਭਰਮ ਨਹੀਂ ਕਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ। ਸੋ ਸਾਧੂ ਇਹ ਪਹੁੰਚਣ ਹਾਰਾ, ਨਾਨਕ ਤਾਂ ਕਹਿ ਸਦ ਬਲਿਹਾਰਾ। ਜਿਉਂ ਹਕੀਮਾਂ ਤੋਂ ਮਰਜ਼ ਛਿਪੇ ਨਹੀਂ ਰਹਿੰਦੇ। ਪੱਥਰ ਦੇ ਨਾਲ ਆਮ ਮਨੁੱਖ ਨੂੰ ਤਾਂ ਹੀਰੇ ਦਾ ਭੁਲੇਖਾ ਪਾਇਆ ਜਾ ਸਕਦਾ ਹੈ, ਪਰ ਜੋਰੀ ਨੂੰ ਕੋਈ ਕੀ ਛਲ ਸਕਦਾ ਹੈ। ਭਾਈ ਗੁਰਦਾਸ ਜੀ ਵੀ ਬਚਨ ਕਰਦੇ ਹਨ ਕਿ ਜੋਰੀ ਤੇ ਦੇਖਦੇ ਹੀ ਖਰਾ ਖੋਟਾ ਦੱਸ ਦਿੰਦਾ ਹੈ। ਜੈਸੇ ਜੋਰੀ ਪਰਖ ਜਾਣਤ ਹੈ ਰਤਨ ਕੀ, ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖ ਹੀ। ਇਵੇਂ ਹੀ ਸੰਤ ਜੀ ਦਾ ਝੂਠ ਵੀ ਬਾਬਾ ਜੀ ਦੇ ਅੱਗੇ ਨਾ ਚੱਲਿਆ। ਬਾਬਾ ਜੀ ਦੱਸਦੇ ਸਨ ਕਿ ਅਸੀਂ ਉਸ ਦੀ ਬਾਂਹ ਫੜ ਕੇ ਉਸ ਨੂੰ ਉੱਪਰ ਗੁਰਦੁਆਰਾ ਸਾਹਿਬ ਵੱਲ ਨੂੰ ਖਿੱਚੀਏ ਅਤੇ ਉਹ ਸਾਨੂੰ ਥੱਲੇ ਵੱਲ ਖਿੱਚੇ। ਬਾਬਾ ਜੀ ਬਚਨ ਕਰਦੇ ਹੁੰਦੇ ਸਨ ਕਿ ਪੁੱਤ, ਇਹਨਾਂ ਨੂੰ ਕੋਈ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਇਹ ਸਭ ਦੁਨੀਆ ਨੂੰ ਆਪਣੇ ਮਗਰ ਲਾਉਣ ਵਾਸਤੇ ਪਖੰਡ ਕਰਦੇ ਨੇ, ਭੇਖ ਕਰਦੇ ਨੇ। ਬਿਲਕੁਲ ਕੋਈ ਦਰਸ਼ਨ ਨਹੀਂ ਹੁੰਦੇ ਇਹਨਾਂ ਨੂੰ। ਪਾਤਸ਼ਾਹ ਵੀ ਬਚਨ ਕਰਦੇ ਹਨ ਕਿ ਸਭ ਮਾਇਆ ਦੀ ਹੀ ਖੇਡ ਹੈ। ਇਹ ਅਖਵਾਉਂਦੇ ਧਰਮੀ ਹਨ, ਪਰ ਧਰਮ ਤੇ ਇਹਨਾਂ ਦੇ ਨਿਕਟ ਵੀ ਨਹੀਂ ਰਿਹਾ ਹੁੰਦਾ। ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿ ਤੋ ਮੈਲੀ ਨਿਕਟ ਨਾ ਆਵੈ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੈ ਮੁਖ ਰਾਤਾ। ਤਥਾ ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ,
ਅੰਤ ਕਾਲ ਕਾ ਤੀ ਕਟਿਓ, ਬਾਸ ਨਰਕ ਮੋਲੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।